प्रकाश जिहड़ा अपने आप तो प्रकाश है, अनभव प्रकाश अमतोज कीजै, कोट इंद्र इंद्रान शाह शहान गणिजै। ਉਹ ਰਾਜਿਆਂ ਦੇ ਵਿੱਚੋਂ ਰਾਜਾ ਹੈ, ਸ਼ਾਹਾਂ ਦੇ ਵਿੱਚੋਂ ਸ਼ਾਹ ਹੈ। ਪਰ ਇਹ ਸਾਨੂੰ ਕਿਵੇਂ ਪਤਾ ਲੱਗੇ ਕਿ ਉਹ ਪ੍ਰਮਾਤਮਾ ਕਿੱਥੇ ਹੈ, ਕਿਵੇਂ ਦਾ ਹੈ? ਕਿਉਂਕਿ ਅਸੀਂ ਉਸ ਵਸਤੂ ਦੇ ਨਾਲ ਨੇਹ ਕਰਦੇ ਹਾਂ ਜਿਹੜੀ ਵਸਤੂ ਸਾਨੂੰ ਪ੍ਰਤੱਖ ਦਿਸਦੀ ਹੋਵੇ, ਜਿਹੜੀ ਸਾਨੂੰ ਦਿਸ ਰਹੀ ਹੋਵੇ, ਭਾਵੇਂ ਉਹ ਸਰੀਰ ਹੋਵੇ। ਤੇ ਜੇ ਸਰੀਰ ਦਿਸਦਾ ਤੇ ਬੰਦਾ ਉਸ ਸਰੀਰ ਦੇ ਸੁਹੱਪਣ ਨੂੰ ਵੇਖ ਕੇ ਉਸ ਸਰੀਰ ਨਾਲ ਜੁੜਦਾ ਹੈ। ਜੇ ਧਨ ਪਦਾਰਥ ਦੀ ਇਸ ਨੂੰ ਕੀਮਤ ਪਤਾ ਹੈ ਤੇ ਉਸ ਧਨ ਪਦਾਰਥ ਨੂੰ ਵੇਖ ਕੇ ਇਹ ਉਸ ਨਾਲ ਜੁੜਦਾ ਹੈ। ਇਵੇਂ ਆਪਣੇ ਘਰ-ਬਾਰ ਨੂੰ ਦੇਖਦਾ ਹੈ, ਉਸ ਨਾਲ ਜੁੜਦਾ ਹੈ। ਪਰ ਜਿਹੜਾ ਪ੍ਰਮਾਤਮਾ ਇਹਨੂੰ ਦਿਸ ਨਹੀਂ ਰਿਹਾ, ਉਸ ਦੇ ਨਾਲ ਇਹ ਕਿਵੇਂ ਪ੍ਰੀਤ ਬਣਾਵੇ, ਕਿਵੇਂ ਜੁੜੇ? ਇਸ ਕਰਕੇ ਪ੍ਰਮਾਤਮਾ ਨੂੰ ਜਾਣਦਾ ਨਹੀਂ, ਮੌਜੂਦ ਨਹੀਂ ਸਮਝਦਾ ਕਿ ਪ੍ਰਮਾਤਮਾ ਹੈ ਜਾਂ ਨਹੀਂ। ਪਰ ਜਦੋਂ ਇਹ ਅਕਾਲ ਪੁਰਖ ਪ੍ਰਮਾਤਮਾ ਜੀ ਦੀ ਬਾਣੀ ਨੂੰ ਪੜ੍ਹੇਗਾ ਨਾ, ਤਦੋਂ ਫਿਰ ਇਸ ਨੂੰ ਇਹ ਪਤਾ ਲੱਗੇਗਾ ਕਿ ਜਿਸ ਵੀ ਯੁੱਗ ਦੇ ਵਿੱਚ ਕੋਈ ਭਗਤ ਜਨ ਹੋਇਆ, ਸੇਵਕ ਜਨ ਹੋਇਆ, ਉਸ ਸੇਵਕ ਜਨ ਨੂੰ ਅਕਾਲ ਪੁਰਖ ਪ੍ਰਮਾਤਮਾ ਨੇ ਰੱਖਿਆ ਕੀਤੀ, ਉਹਦੀ ਸਹਾਇਤਾ ਕੀਤੀ, ਉਸ ਨੂੰ ਬਚਾਇਆ। ਤੇ ਫਿਰ ਉਸ ਨੂੰ ਬਚਾਉਣ ਵਾਲਾ ਕੌਣ ਸੀ? ਉਦੋਂ ਕਿਵੇਂ ਭਗਤ ਸਾਹਿਬਾਨ ਪ੍ਰਗਟ ਹੋ ਗਏ? ਧੰਨਾ ਜੀ ਨੂੰ ਭਗਤ ਪ੍ਰਗਟ ਪ੍ਰਮਾਤਮਾ ਕਿਵੇਂ ਮਿਲ ਜਾਂਦੇ ਨੇ? ਨਾਮਦੇਵ ਜੀ ਨੂੰ ਕਿਵੇਂ ਮਿਲ ਜਾਂਦੇ ਨੇ? ਸ਼ਬਦ ਬੜਾ ਸੋਹਣਾ ਲੱਗਦਾ ਨਾ ਜਦੋਂ ਆਪਾਂ ਪੜ੍ਹਦੇ ਹਾਂ, ਫੇਰ ਦਿਆ ਦੇਹਰਾ ਨਾਮੇ ਕੋ ਪੰਡੀਅਨ ਕੋ ਪਿਛਵਾਰਲਾ। ਕਿ ਦੇਹਰਾ ਜਿਹੜਾ ਸੀ, ਜਦੋਂ ਨਾਮਦੇਵ ਨੂੰ ਧੱਕੇ ਮਾਰ ਕੇ ਕੱਢ ਦਿੱਤਾ ਗਿਆ ਮੰਦਿਰ ਦੇ ਵਿੱਚੋਂ, ਤੇ ਕਹਿੰਦੇ ਨੇ ਜਿਹੜਾ ਰੱਬ ਸੀਗਾ ਉਸ ਨੇ, ਪ੍ਰਮਾਤਮਾ ਨੇ ਨਾਮਦੇਵ ਵੱਲ ਨੂੰ ਮੁੱਖ ਕਰ ਲਿਆ। ਤੇ ਜਿਹੜੇ ਉਹ ਚਤੁਰ ਪੰਡਤ ਸੀਗੇ ਜਿਨ੍ਹਾਂ ਨੇ ਆਖਿਆ ਸੀਗਾ ਕਿ ਇਹ ਰੱਬ ਦਾ ਘਰ ਕੇਵਲ ਸਾਡਾ ਹੀ ਹੈ, ਤੇ ਉਹਨਾਂ ਨੂੰ ਰੱਬ ਨੇ ਪਿਛਵਾਰਲਾ ਦੇ ਦਿੱਤਾ, ਭਾਵ ਕਿ ਪਿੱਠ ਦੇ ਦਿੱਤੀ। ਉਦੋਂ ਅਸੀਂ ਗੱਲ ਨੂੰ ਮੰਨ ਲੈਂਦੇ ਹਾਂ। ਪਰ ਜਦੋਂ ਸਾਨੂੰ ਪ੍ਰਮਾਤਮਾ ਨੂੰ ਖੁਦ ਮਿਲਣ ਦੀ ਗੱਲ ਹੋਵੇ, ਉਦੋਂ ਅਸੀਂ ਕਹਿ ਦਿੰਦੇ ਹਾਂ ਪ੍ਰਮਾਤਮਾ ਮੌਜੂਦ ਨਹੀਂ ਹੈ, ਰੱਬ ਹੈ ਨਹੀਂ। ਪਰ ਰੱਬ ਦੀਆਂ ਜਿਹੜੀਆਂ ਕੁਝ ਕੁ ਨਿਸ਼ਾਨੀਆਂ ਨੇ ਉਹ ਸਤਿਗੁਰੂ ਨੇ ਸਾਨੂੰ ਦਿੱਤੀਆਂ ਨੇ ਕਿ ਭਾਈ ਉਹ ਹੋਣਗੀਆਂ ਤੇਰੇ ਅੰਦਰ, ਤਦੋਂ ਤੇਰੀ ਮਿੱਤਰਤਾ ਪ੍ਰਮਾਤਮਾ ਨਾਲ ਬਣ ਸਕਦੀ ਹੈ, ਤਦੋਂ ਤੇਰੀ ਮਿੱਤਰਤਾ ਵਾਹਿਗੁਰੂ ਨਾਲ ਬਣ ਸਕਦੀ ਹੈ। ਉਹ ਨਿਸ਼ਾਨੀਆਂ ਨੇ ਨਿਮਰਤਾ, ਮਿੱਠਾ ਬੋਲਣਾ, ਨਿਭ ਕੇ ਚੱਲਣਾ, ਡਰ ਰਹਿਤ ਹੋਣਾ, ਵੈਰ ਰਹਿਤ ਹੋਣਾ। ਕਿ ਇਹ ਨਿਸ਼ਾਨੀਆਂ ਮਨੁੱਖ ਦੇ ਵਿੱਚ ਹਨ? ਜੇ ਹਨ ਤਾਂ ਉਹਦੀ ਪ੍ਰਮਾਤਮਾ ਦੇ ਨਾਲ ਬੜੀ ਸਹਿਜੇ ਹੀ ਉਸ ਪ੍ਰਮਾਤਮਾ ਦੇ ਨਾਲ ਉਹਦੀ ਮਿੱਤਰਤਾ ਹੋ ਸਕਦੀ ਹੈ। ਪਰ ਮਨੁੱਖ ਦਵੈਸ਼ ਭਾਵਨਾ ਰਹਿਤ ਨਹੀਂ ਹੈ, ਡਰ ਰਹਿਤ ਨਹੀਂ ਹੈ, ਨਿਰਵੈਰ ਨਹੀਂ ਹੈ। ਇਹਦਾ ਕਿਸੇ ਨਾਲ ਵੈਰ ਚੱਲਦਾ ਹੈ, ਕਿਸੇ ਨਾਲ ਇਹਦੀ ਈਰਖਾ ਚੱਲਦੀ ਹੈ, ਤੇ ਕਿਸੇ ਤੋਂ ਇਹ ਡਰਦਾ ਹੈ। ਇਸ ਕਰਕੇ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੇ ਮਿੱਤਰਤਾ ਬਣਾਉਣੀ ਹੈ, ਤੇ ਮਹਾਰਾਜ ਕਹਿੰਦੇ ਨੇ ਭੈ ਕਾਹੂ ਕੋ ਦੇਤ ਨੇ ਨਹਿ ਭੈ ਮਾਨਤ ਆਣ। ਜਿਹੜਾ ਕਦੀ ਕਿਸੇ ਦਾ ਭੈ ਮੰਨਦਾ ਨਹੀਂ, ਕਿਸੇ ਨੂੰ ਡਰ ਦਿੰਦਾ ਨਹੀਂ ਹੈ, ਉਸ ਮੂਰਤ ਦੇ ਵਿੱਚ ਪਰਮਾਤਮਾ ਜੀ ਦਾ ਨਿਵਾਸ ਹੈ, ਉਸ ਸਰੀਰ ਦੇ ਵਿੱਚ ਪਰਮਾਤਮਾ ਜੀ ਦਾ ਜਿਹੜਾ ਹੈ ਉਹ ਵਾਸਾ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਇਸ ਸ਼ਲੋਕ ਦੇ ਵਿੱਚ, ਕਹਿੰਦੇ ਨੇ ਅੰਤਰ ਮਨ ਤਨ ਬਸ ਰਹੇ ਈਤ ਊਤ ਕੇ ਮੀਤ। ਉਹ ਪਰਮਾਤਮਾ ਜਿਹੜਾ ਹੈ ਨਾ, ਜਿਹੜਾ ਤੇਰੇ ਅੰਦਰ ਵਸ ਰਿਹਾ ਹੈ, ਉਹ ਇੱਥੇ ਤੇ ਉੱਥੇ ਮੌਜੂਦ ਹੈ। ਭਾਵ ਕਿ ਇਸ ਲੋਕ ਦੇ ਵਿੱਚ ਵੀ ਤੇਰੇ ਨਾਲ ਮਿੱਤਰਤਾ ਨਿਭਾਏਗਾ, ਪਰਲੋਕ ਦੇ ਵਿੱਚ ਵੀ ਤੇਰਾ ਮਿੱਤਰ ਬਣ ਕੇ ਰਹੇਗਾ। ਜਿਹੜੇ ਬਾਕੀ ਸੰਸਾਰ ਦੇ ਜੀਵ ਹਨ ਉਹ ਇਸ ਸੰਸਾਰ ਤੱਕ ਹੀ ਸੀਮਤ ਨੇ, ਇੱਥੋਂ ਤੱਕ ਹੀ ਸੀਮਤ ਹਨ ਕਿ ਮਾਂ ਬਾਪ ਜਿਹੜੇ ਨੇ, ਭੈਣ ਭਰਾ ਜਿਹੜੇ ਨੇ, ਉਹ ਸਭ ਛੱਡ ਜਾਂਦੇ ਨੇ। ਮਹਾਰਾਜ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਜਿਹੜੀ ਤੂੰ ਦੌਲਤ ਕਮਾਉਂਦਾ ਹੈ ਨਾ, ਭੱਜ ਭੱਜ ਕੇ ਦੌਲਤ ਜੋੜਦਿਆਂ ਜੋੜਦਿਆਂ ਸਾਰੀ ਉਮਰ ਬਤੀਤ ਕਰ ਲਈ, ਤੇ ਕਹਿੰਦੇ ਨੇ ਉਦੋਂ ਵੀ ਫਿਰ ਚਲਤੀ ਬਾਰ ਨਾ ਕੱਚ ਮਿਲਿਓ ਲਈ ਲੰਗੋਟੀ ਤੋੜ। ਜਦੋਂ ਤੇਰਾ ਸਰੀਰ ਖਤਮ ਹੋ ਗਿਆ, ਤੇਰੀ ਇਹ ਜਿਹੜੀ ਲੰਗੋਟੀ ਹੈ, ਲੰਗੋਟ ਹੈ, ਉਹ ਵੀ ਉਤਾਰ ਲਿਆ ਜਾਏਗਾ। ਭਾਵ ਕਿ ਜਿਹੜਾ ਪੈਸਿਆਂ ਦੀ ਪੋਟਲੀ ਤੂੰ ਬੰਨੀ ਫਿਰਦਾ ਨਾ ਆਪਣੇ ਲੱਕ ਦੇ ਨਾਲ, ਜਿਹੜਾ ਧਨ ਜੋੜਿਆ ਫਿਰਦਾ, ਇਹ ਸਭ ਕੁਝ ਇੱਥੇ ਰਹਿ ਜਾਣਾ ਹੈ, ਕੁਛ ਨਾਲ ਨਹੀਂ ਜਾਣਾ। ਪਰ ਮਹਾਰਾਜ ਨੇ ਇਹ ਵੀ ਨਹੀਂ ਆਖਿਆ ਕਿ ਇਸ ਸੰਸਾਰ ਦੇ ਵਿੱਚ ਤੂੰ ਕਮਾਉਣਾ ਨਹੀਂ ਹੈ, ਇਸ ਪ੍ਰਮਾਤਮਾ ਜੀ ਦੀ ਸ੍ਰਿਸ਼ਟੀ ਦੇ ਵਿੱਚ ਤੂੰ ਕਮਾਉਣਾ ਨਹੀਂ ਹੈ। ਇਹ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਹੱਲ ਚਲਾਇਆ ਹੈ।
ਮੋਦੀ ਦੀ ਕਾਰ ਕੀਤੀ ਹੈ, ਆਪ ਕਿਰਤ ਕਮਾਈ ਕੀਤੀ। ਇਹ ਸ਼ਬਦ ਆਪਾਂ ਲੁਕਾ ਨਹੀਂ ਸਕਦੇ ਕਿ ਉਹਨਾਂ ਨੇ ਨੌਕਰੀ ਕੀਤੀ ਹੈ। ਇਹ ਉਹਨਾਂ ਨੇ ਨੌਕਰੀ ਕੀਤੀ ਹੈ, ਨੌਕਰੀ ਤਾਂ ਨੌਕਰੀ ਹੈ। ਤੇ ਉਹ ਗੱਲ ਵੱਖਰੀ ਕਿ ਉਸ ਦੇ ਵਿੱਚੋਂ ਜਿਹੜਾ ਉਹਨਾਂ ਨੂੰ ਧਨ ਮਿਲਦਾ ਸੀ, ਜੋ ਉਹਨਾਂ ਨੂੰ ਸੇਵਾ ਮਿਲਦੀ ਸੀ, ਉਹ ਗਰੀਬਾਂ ਵਿੱਚ ਵੰਡ ਦਿਆ ਕਰਦੇ ਸਨ। ਪਰ ਸੰਸਾਰ ਦੀ ਨਜ਼ਰ ਦੇ ਵਿੱਚ ਤਾਂ ਗੁਰੂ ਨਾਨਕ ਸਾਹਿਬ ਇੱਕ ਨੌਕਰ ਦੀ ਤਰ੍ਹਾਂ ਹੀ ਹਨ। ਜੇ ਉਹ ਸੰਸਾਰ ਦੇ ਵਿੱਚ ਇੱਕ ਜਿਹੜਾ ਅਕਾਲ ਪੁਰਖ ਪਰਮਾਤਮਾ ਜੀ ਦਾ ਰੂਪ ਜਿਹਨੂੰ ਆਖਿਆ ਜਾਂਦਾ ਹੈ ਕਿ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਆਪ ਰੱਬ ਸਰੀਰ ਧਾਰ ਕੇ ਸੰਸਾਰ ਦੇ ਵਿੱਚ ਆ ਗਿਆ। ਪਰ ਹੈ ਬੇਸ਼ੱਕ ਭਾਵੇਂ ਉਹ ਅਕਾਲ ਪੁਰਖ ਪਰਮਾਤਮਾ ਜੀ ਦੀ ਰੱਬੀ ਜੋਤ, ਪਰ ਸਰੀਰ ਨੂੰ ਨੌਕਰੀ ਕਰਨ ਦੀ ਜ਼ਰੂਰਤ ਪੈਂਦੀ ਹੈ। ਸਰੀਰ ਨੂੰ ਪਾਲਣ ਵਾਸਤੇ ਹਲ ਚਲਾਉਣ ਦੀ ਜ਼ਰੂਰਤ ਪੈਂਦੀ ਹੈ। ਸਰੀਰ ਨੂੰ ਚਲਾਉਣ ਵਾਸਤੇ ਖੇਤਾਂ ਦੇ ਵਿੱਚੋਂ, ਝੋਨੇ ਦੇ ਵਿੱਚੋਂ ਨਦੀਨ ਪੁੱਟਣ ਦੀ ਜ਼ਰੂਰਤ ਪੈਂਦੀ ਹੈ। ਸਰੀਰ ਨੂੰ ਚਲਾਉਣ ਵਾਸਤੇ ਦੁਕਾਨਦਾਰੀ ਕਰਨੀ ਪਵੇਗੀ, ਪਰਿਵਾਰ ਨੂੰ ਚਲਾਉਣ ਵਾਸਤੇ। ਪਰ ਨਿਰੰਕਾਰ ਨੂੰ ਚਲਾਉਣ ਵਾਸਤੇ ਮਹਾਰਾਜ ਕਹਿੰਦੇ ਨੇ ਜੇ ਨਿਰੰਕਾਰ ਲੱਭਣਾ ਹੈ ਨਾ, ਰੱਬ ਨੂੰ ਲੱਭਣਾ ਹੈ, ਤੇ ਉਹਦੇ ਨਾਲ ਇਹ ਵੈਰ ਭਾਵਨਾ ਛੱਡ ਕੇ ਇਸ ਸੰਸਾਰ ਦੇ ਵਿੱਚ ਪਰਮਾਤਮਾ ਦਾ ਨਾਮ ਹੀ ਨਾਲ ਨਾਲ ਜ਼ਰੂਰ ਜਪ। ਮਹਾਰਾਜ ਕਹਿੰਦੇ ਨੇ ਉਹ ਵਿਛੜਦਾ ਨਹੀਂ ਹੈ ਪਰਮਾਤਮਾ। ਫਿਰ ਉਹ ਜਿਹੜਾ ਇਸ ਲੋਕ ਦੇ ਵਿੱਚ ਤੇ ਪਰਲੋਕ ਦੇ ਵਿੱਚ ਤੇਰਾ ਮਿੱਤਰ ਬਣ ਕੇ ਰਹੇਗਾ। ਅੰਤਰ ਮਨ ਤਨ ਬਸ ਰਹੇ, ਈਤ ਊਤ ਕੀ ਮੀਤ ਗੁਰ ਪੂਰੇ, ਉਪਦੇਸ਼ਿਆ ਨਾਨਕ ਜਪੀਏ ਨੀਤ। ਗੁਰ ਪੂਰੇ ਨੇ ਉਪਦੇਸ਼ ਦੇ ਦਿੱਤਾ। ਉਹ ਉਪਦੇਸ਼ ਕਿਹੜਾ ਦਿੱਤਾ ਸੀ? ਗੁਰਾ ਇੱਕ ਦੇਹ ਬੁਝਾਈ। ਬੁਝਾਈ ਦਾ ਅਰਥ ਹੁੰਦਾ ਸੋਝੀ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜਿਹੜਾ ਸਾਰਿਆਂ ਜੀਵਾਂ ਦਾ ਇੱਕ ਅਕਾਲ ਪੁਰਖ ਪਰਮਾਤਮਾ, ਉਹ ਮੈਨੂੰ ਭੁੱਲ ਨਾ ਜਾਵੇ, ਉਹ ਮੈਨੂੰ ਵਿਸਰ ਨਾ ਜਾਵੇ। ਇਹ ਗੁਰੂ ਨੇ ਉਪਦੇਸ਼ ਦੇ ਦਿੱਤਾ। ਜਪੀਏ ਨੀਤ, ਨਿਤ ਜਪਨਾ ਕਰੀਏ, ਹਰ ਵਕਤ ਜਪਨਾ ਕਰੀਏ। ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਵੇਖੋ ਇਹ ਪਰਮਾਤਮਾ ਦੇ ਨਾਲ ਜਿਨ੍ਹਾਂ ਨੇ ਲਿਵ ਜੋੜੀ ਹੈ ਨਾ, ਜਿਨ੍ਹਾਂ ਨੂੰ ਪਰਮਾਤਮਾ ਦਾ ਸਾਥ ਮਿਲਿਆ ਜਾਂ ਪਰਮਾਤਮਾ ਦੀ ਮਿੱਤਰਤਾ ਦਾ ਸੁਭਾਗ ਪ੍ਰਾਪਤ ਹੋਇਆ, ਤੇ ਕਹਿੰਦੇ ਫਿਰ ਉਹੀ ਦੱਸ ਸਕਦੇ ਨੇ ਕਿ ਪਰਮਾਤਮਾ ਜੀ ਦੀ ਦਿਆਲਤਾ ਕਿੰਨੀ ਵੱਡੀ ਹੈ। ਪਰਮਾਤਮਾ ਜੀ ਬਹੁਤ ਵੱਡੇ ਨੇ, ਉਹਨਾਂ ਦਾ ਹਿਰਦਾ ਕਿੰਨਾ ਵੱਡਾ ਹੈ, ਉਹਨਾਂ ਦੇ ਅੰਦਰ ਦਾ ਦਇਆ ਦ੍ਰਿਸ਼ਟੀ ਕਿੰਨੀ ਵੱਡੀ ਹੈ, ਉਹ ਫਿਰ ਦੱਸਦੇ ਨੇ। ਕਹਿੰਦੇ ਵੇਖੋ ਇੱਕ ਮਨੁੱਖ ਬਾਹਰੀ ਤੌਰ ਤੇ ਪਰਮਾਤਮਾ ਨੂੰ ਮਿਲਿਆ ਤਾਂ ਨਹੀਂ, ਪਰ ਉਹ ਪਰਮਾਤਮਾ ਦੀਆਂ ਗੱਲਾਂ ਸੁਣ ਸੁਣ ਕੇ ਬੜਾ ਖੁਸ਼ ਹੁੰਦਾ ਹੈ। ਤੇ ਫਿਰ ਕੀ ਕਰਦਾ ਹੈ? ਛੋਟੇ ਛੋਟੇ ਯਤਨ ਕਰਦਾ ਹੈ, ਛੋਟੇ ਛੋਟੇ ਯਤਨ ਕਰਦਾ ਹੈ, ਕੋਈ ਨਾ ਕੋਈ ਗੁਣ ਧਾਰਨ ਕਰਦਾ ਹੈ। ਉਹ ਛੋਟੇ ਛੋਟੇ ਯਤਨ ਉਹ ਭਾਵੇਂ ਕਰਮ ਬਣ ਜਾਣ ਤੇ ਭਾਵੇਂ ਉਹ ਕਾਂਡ ਬਣ ਜਾਣ। ਕਿਉਂਕਿ ਕਰਮ ਜਿਹੜੇ ਨੇ, ਕਰਮ ਉਹ ਹਰੇਕ ਚੀਜ਼ ਕਰਮ ਹੈ। ਜੋ ਅਸੀਂ ਬਾਣੀ ਪੜ੍ਹਦੇ ਹਾਂ ਇਹ ਵੀ ਇੱਕ ਕਰਮ ਹੈ, ਜੋ ਅਸੀਂ ਸੇਵਾ ਕਰਦੇ ਹਾਂ ਇਹ ਵੀ ਇੱਕ ਕਰਮ ਹੈ, ਜਿਹੜਾ ਅਸੀਂ ਸਿਮਰਨ ਕਰਦੇ ਹਾਂ ਉਹ ਕਰਮ ਹੈ। ਪਰ ਜਦੋਂ ਉਸ ਸਿਮਰਨ ਦੇ ਵਿੱਚ ਕੁਝ ਦੂਸਰੀ ਭਾਵਨਾ ਆ ਜਾਵੇ, ਸੇਵਾ ਦੇ ਵਿੱਚ ਵਿਖਾਵਾ ਆ ਜਾਵੇ, ਬਾਣੀ ਪੜ੍ਹਨ ਦੇ ਵਿੱਚ ਇਹ ਆ ਜਾਵੇ ਮੈਂ ਬਹੁਤ ਪੜ੍ਹਦਾ ਹੈ, ਤੇ ਉਹ ਕਾਂਡ ਬਣ ਜਾਂਦਾ ਹੈ, ਕਰਮ ਕਾਂਡ ਬਣ ਜਾਂਦਾ। ਉਹ ਕਰਮ ਤਾਂ ਅਸੀਂ ਰੋਜ਼ ਕਰਦੇ, ਸਾਡਾ ਚੱਲਣਾ ਕਰਮ ਹੈ, ਸਾਡਾ ਬੋਲਣਾ ਕਰਮ ਹੈ, ਸਾਡਾ ਸੇਵਾ ਕਰਨਾ ਕਰਮ ਹੈ। ਪਰ ਜਦੋਂ ਅਸੀਂ ਪਰਮਾਤਮਾ ਦੇ ਮਾਰਗ ਤੇ ਚੱਲਦੇ ਹਾਂ ਤੇ ਉਹ ਕਰਮ ਕਰਦੇ ਕਰਦੇ ਜੇ ਅਸੀਂ ਦਵੈਸ਼ ਭਾਵਨਾ ਦੇ ਵਿੱਚ ਆ ਗਏ, ਈਰਖਾ ਦੇ ਵਿੱਚ ਆ ਗਏ, ਵਿਖਾਵੇ ਦੇ ਵਿੱਚ ਆ ਗਏ, ਤੇ ਉਹ ਕਾਂਡ ਬਣ ਜਾਂਦੇ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ, ਵੇਖੋ ਇੱਕ ਭਾਈ ਗੁਰਦਾਸ ਜੀ ਕਹਿੰਦੇ ਇੱਕ ਮਨੁੱਖ, ਉਹਨੂੰ ਬੜਾ ਅੰਬ ਦੀ ਲਾਲਸਾ ਲੱਗੀ ਕਿ ਮੈਂ ਅੰਬ ਖਾਣਾ ਹੈ, ਮੈਂ ਅੰਬ ਖਾਣਾ ਹੈ। ਵੈਸੇ ਵੱਖਰੀ ਵੱਖਰੀ ਉਦਾਹਰਨ ਨੇ, ਕਿਉਂਕਿ ਦੋ ਗੱਲਾਂ ਨੇ। ਕੁਝ ਲੋਕ ਜਿਵੇਂ ਗੰਨਾ ਚੂਪਣਾ ਕਹਿੰਦੇ ਨੇ, ਤੇ ਕੁਝ ਥਾਵਾਂ ਤੇ ਇਹ ਆਖਿਆ ਜਾਂਦਾ ਵੀ ਗੰਨਾ ਖਾਣਾ ਹੈ। ਪਰ ਅਸਲ ਦੇ ਵਿੱਚ ਗੰਨੇ ਨੂੰ, ਕਿਉਂਕਿ ਜਦੋਂ ਵੀ ਅਸੀਂ ਪੰਜਾਬੀ ਪੜ੍ਹਦੇ ਹਾਂ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ, ਸਾਨੂੰ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਮਿਲਦੀਆਂ ਨੇ। ਗੰਨਾ ਚੂਪਿਆ ਜਾਂਦਾ ਹੈ, ਇਵੇਂ ਅੰਬ ਵੀ ਚੂਪਿਆ ਜਾਂਦਾ, ਪਰ ਬਹੁਤੇ ਲੋਕ ਕਹਿੰਦੇ ਨੇ ਅੰਬ ਖਾਣਾ ਹੈ। ਤੇ ਪਰ ਆਪਾਂ ਖਾਣਾ ਹੀ ਇੱਥੇ ਸ਼ਬਦ ਵਰਤਦੇ ਹਾਂ। ਕਹਿੰਦੇ ਜੇ ਕਿਸੇ ਬੰਦੇ ਨੇ ਅੰਬ ਖਾਣਾ ਹੋਵੇ ਤੇ ਉਹ ਹੁਣ ਅੰਬ ਨਹੀਂ ਖਾ ਰਿਹਾ, ਪਰ ਅੰਬ ਜਿਹੜਾ, ਅੰਬ ਦਾ ਸਵਾਦ ਲੈਣ ਵਾਸਤੇ ਉਹ ਕਦੀ ਪੱਤਾ ਤੋੜ ਲੈਂਦਾ, ਕਦੀ ਕੁਛ ਤੋੜ ਲੈਂਦਾ, ਕਦੀ ਅੰਬ ਦੀ ਜਿਹੜੀਆਂ ਹੈਗੀਆਂ ਜੜ ਹੈ ਜਾਂ ਉਹਦੇ ਵਿੱਚੋਂ ਕਿਸੇ ਵਿੱਚ ਟਾਹਣੀ ਵਿੱਚੋਂ ਸਵਾਦ ਲੈਣਾ ਚਾਹਵੇ, ਤੇ ਕੀ ਉਹਨੂੰ ਅੰਬ ਦਾ ਸਵਾਦ ਮਿਲ ਜਾਏਗਾ? ਅੰਬ ਕੀ ਸਦਰ ਕਤ ਪਾਈਅਤ,
ਅੰਬ ਕੀ ਜਿਹੜੀ ਸਦਰ ਹੈ ਕਤ ਪਾਈਅਤ ਸੁਦਰਸੇ, ਕਿੱਥੋਂ ਮਿਲ ਸਕਦੀ ਹੈ? ਕਹਿੰਦੇ ਨੇ ਅੰਬ ਖਾਣ ਦੀ, ਅੰਬ ਨਹੀਂ ਖਾਣ ਦੀ ਜੇ ਬੰਦੇ ਦੇ ਅੰਦਰ ਲਾਲਸਾ ਹੈ ਤੇ ਕਹਿੰਦੇ ਨੇ ਉਹ ਬੰਦਾ ਹੁਣ ਬਾਹਰੀ ਤੌਰ ਤੇ ਕੇਵਲ ਰੁੱਖਾਂ ਨੂੰ ਪੱਤੇ ਵਗੈਰਾ ਖਾ ਖਾ ਕੇ ਉਹ ਅੰਬ ਦੀ ਮਿਟਾਉਣਾ ਚਾਹਵੇ ਤੇ ਉਹ ਮਿਟ ਨਹੀਂ ਸਕਦੀ। ਤੇ ਪਿਤਾ ਕੋ ਪਿਆਰ ਨਾ ਪਰੋਸੀ ਪਹਿ ਪਾਈਏ, ਪਿਤਾ ਦਾ ਪਿਆਰ ਤਾਂ ਪੜੋਸੀ ਦੇ ਕੋਲੋਂ ਨਹੀਂ ਮਿਲ ਸਕਦਾ। ਜਿਹੜਾ ਪਿਤਾ ਦਾ ਪਿਆਰ ਉਹ ਪਿਓ ਹੀ ਦੇ ਸਕਦਾ ਹੈ, ਪੜੋਸੀ ਦੇ ਕੋਲੋਂ ਨਹੀਂ ਮਿਲ ਸਕਦਾ। ਤੇ ਕਹਿੰਦੇ ਨੇ ਇਸ ਅਗਲੀ ਉਦਾਹਰਣ ਦਿੰਦੇ ਨੇ, ਕਹਿੰਦੇ ਨੇ ਇਸੇ ਤਰੀਕੇ ਦੇ ਨਾਲ ਜੇ ਬੰਦਾ ਹੁਣ ਸਮੁੰਦਰ ਜਿਹੜਾ ਹੈ, ਸਮੁੰਦਰ ਦੇ ਵਿੱਚੋਂ ਹੀਰੇ ਮੋਤੀ ਲੱਭਦੇ ਨੇ, ਪਰ ਉਹ ਜਾ ਕੇ ਛੱਪੜ ਦੇ ਵਿੱਚ ਛੋਟੇ ਛੋਟੇ ਟੋਬਿਆਂ ਦੇ ਵਿੱਚ ਲੱਭਦਾ ਰਵੇ। ਛੋਟੇ ਛੋਟੇ ਸਾਗਰ ਕੀ ਨਿਧ ਕਤ ਪਾਈਅਤ ਪੋਖਰ ਸੇ, ਦਿਨ ਕਰ ਦੀਪ ਸੋ ਜੋਤ ਨਾ ਜਪਾਈਏ। ਕਹਿੰਦੇ ਨੇ ਹੁਣ ਜਿਹੜਾ ਸੂਰਜ ਹੈ, ਉਸ ਸੂਰਜ ਦੀ ਰੋਸ਼ਨੀ ਜਿਹੜੀ ਹੈ ਉਹ ਦਿਨ ਦੀ ਰੋਸ਼ਨੀ, ਸੂਰਜ ਦੀ ਰੋਸ਼ਨੀ ਦੇ ਬਰਾਬਰ ਇੱਕ ਦੀਵੇ ਦੀ ਲਾਟ ਕੀ ਕਰ ਸਕਦੀ ਹੈ? ਕੁਛ ਨਹੀਂ ਕਰ ਸਕਦੀ। ਤੇ ਫਿਰ ਅਗਲੀ ਉਦਾਹਰਣ ਦਿੰਦੇ ਨੇ, ਕਹਿੰਦੇ ਨੇ ਇੰਦਰ ਕੀ ਵਰਸ਼ਾ ਜਿਹੜੀ ਹੈ, ਇੰਦਰ ਕੀ ਵਰਖਾ ਕਤ ਪੁਜ ਸਕੂਪ ਜਲ। ਇੰਦਰ ਦੀ ਜਿਹੜੀ ਵਰਖਾ ਹੈ, ਜਿਹੜੀ ਪਾਣੀ ਪੈਂਦਾ, ਮੀਂਹ ਪੈਂਦਾ, ਤੇ ਉਹ ਖੂਹ ਦਾ ਜਲ ਉਹਦੀ ਬਰਾਬਰੀ ਕਰ ਸਕਦਾ ਹੈ? ਨਹੀਂ ਕਰ ਸਕਦਾ ਨਾ। ਖੂਹ ਦੀ ਬਰਾਬਰੀ ਇੰਦਰ ਦਾ ਜਿਹੜਾ ਪਾਣੀ ਹੈ, ਬੱਦਲਾਂ ਦੇ ਵਿੱਚੋਂ ਨਿਕਲੀ ਹੋਈ ਜਿਹੜੀ ਬਰਸਾਤ ਹੈ, ਉਹਦੀ ਬਰਾਬਰੀ ਇੱਕ ਖੂਹ ਦਾ ਪਾਣੀ ਕਰਨ ਦਾ ਯਤਨ ਕਰੇ ਤਾਂ ਉਹ ਨਹੀਂ ਕਰ ਸਕੇਗਾ, ਨਹੀਂ ਕਰ ਸਕਦਾ। ਪਰ ਕਹਿੰਦੇ ਨੇ ਚੰਦਨ ਸੁਬਾਸ ਨਾ ਪਲਾਸ ਮਹਿਕਾਈਏ, ਤੇ ਜਿਹੜੀ ਚੰਦਨ ਦੀ ਵਾਸ਼ਨਾ ਹੈ ਉਹ ਆਮ ਪਲਾਸ ਜਿਹੜੇ ਛਿਛਰੇ ਨੇ ਉਹਨਾਂ ਦੇ ਵਿੱਚੋਂ ਨਹੀਂ ਮਿਲ ਸਕਦੀ। ਸ੍ਰੀ ਗੁਰ ਦਿਆਲ ਕੀ ਨਾ ਦਇਆ ਆਣ ਦੇਵ ਮੈਂ, ਸ੍ਰੀ ਗੁਰੂ ਦਿਆਲ ਦੀ ਨਾ ਦਇਆ ਆਣ ਦੇਵ ਮੈਂ, ਕਿਸੇ ਦੇ ਵਿੱਚ ਸ੍ਰੀ ਗੁਰੂ ਦਿਆਲ ਵਰਗੀ ਦਇਆ ਨਹੀਂ ਹੈਗੀ। ਖੰਡ ਬ੍ਰਹਮੰਡ ਉਹਦੇ ਅਸਤ ਲੋਤਾਈਏ, ਭਾਵੇਂ ਕਹਿੰਦੇ ਨੇ ਖੰਡਾ ਬ੍ਰਹਮੰਡਾ ਤੋਂ ਲੈ ਕੇ ਉਹਦੇ ਅਸਤ ਤੱਕ ਚੱਲ ਜਾਈਏ। ਉਹਦੇ ਦਾ ਅਰਥ ਹੁੰਦਾ ਹੈ ਜਿੱਥੇ ਸੂਰਜ ਪ੍ਰਗਟ ਹੁੰਦਾ ਹੈ, ਅਸਤ ਦਾ ਅਰਥ ਹੁੰਦਾ ਹੈ ਜਿੱਥੇ ਸੂਰਜ ਖਤਮ ਹੁੰਦਾ ਹੈ। ਇਹੋ ਜਿਹੀਆਂ ਉਦਾਹਰਨਾਂ ਸਾਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਦੇ ਕੇ ਆਖਿਆ ਕਿ ਜੋ ਸਤਿਗੁਰੂ ਦੇ ਵਿੱਚੋਂ ਸਾਨੂੰ ਮਿਲਣਾ ਹੈ ਨਾ, ਜੋ ਸਾਨੂੰ ਪਰਮਾਤਮਾ ਨੇ ਦੇ ਦੇਣਾ ਹੈ, ਉਹ ਸਾਨੂੰ ਕਿਸੇ ਤੋਂ ਨਹੀਂ ਮਿਲ ਸਕਦਾ। ਜਿਵੇਂ ਇੱਕ ਪਿਓ ਦਾ ਪਿਆਰ ਸਾਨੂੰ ਪੜੋਸੀ ਤੋਂ ਨਹੀਂ ਮਿਲ ਸਕਦਾ, ਅੰਬ ਦਾ ਸਵਾਦ ਅੰਬ ਚੂਪਣ ਤੋਂ ਹੀ ਮਿਲ ਸਕਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਰੱਬ ਦਾ ਜਿਹੜਾ ਸਿਮਰਨ ਹੈ, ਪਰਮਾਤਮਾ ਜੀ ਦਾ ਜਿਹੜਾ ਸਿਮਰਨ ਹੈ, ਉਹ ਪਰਮਾਤਮਾ ਜੀ ਦੇ ਸਿਮਰਨ ਦੇ ਵਿਚਲਾ ਜਿਹੜਾ ਆਨੰਦ ਹੈ ਉਹ ਵਾਹਿਗੁਰੂ ਦੇ ਸਿਮਰਨ ਦੇ ਵਿੱਚੋਂ ਹੀ ਮਿਲ ਸਕਦਾ ਹੈ। ਅਕਾਲ ਪੁਰਖ ਪਰਮਾਤਮਾ ਜੀ ਦੇ ਸਿਮਰਨ ਦੇ ਵਿੱਚੋਂ ਹੀ ਮਿਲ ਸਕਦਾ ਹੈ। ਤੇ ਸਤਿਗੁਰੂ ਜੀ ਕੀ ਅਗਲੀ ਉਦਾਹਰਣ ਦਿੰਦੇ ਨੇ, ਕਹਿੰਦੇ ਅਣ ਦਿਨ ਸਿਮਰੋ ਤਾਸ ਕੋ ਜੋ ਅੰਤ ਸਹਾਈ ਹੋਏ, ਉਸ ਵਾਹਿਗੁਰੂ ਨੂੰ ਹਰ ਵੇਲੇ ਹਰ ਵਕਤ ਸਿਮਰ, ਜਿਹੜਾ ਅੰਤ ਸਹਾਈ ਹੁੰਦਾ ਹੈ, ਅੰਤ ਵੇਲੇ ਸਾਡਾ ਸਹਾਇਕ ਬਣਦਾ ਹੈ। ਜਿਹੜਾ ਸਾਡਾ ਅੰਤ ਵੇਲੇ ਸਹਾਈ, ਬੰਦੇ ਦਾ ਅੰਤ ਵੇਲਾ ਹੁਣ ਕਿਹੜਾ ਹੈ? ਲਿਖਿਆ ਥੋੜੀ ਹੈ ਕਿ ਅੱਜ ਤੋਂ 2 ਸਾਲ ਬਾਅਦ ਇਹਦਾ ਅੰਤ ਸਮਾਂ ਆ ਜਾਣਾ ਹੈ, ਅੱਜ ਤੋਂ 5 ਸਾਲ ਬਾਅਦ ਇਹਦਾ ਅੰਤ ਸਮਾਂ ਆ ਜਾਣਾ ਹੈ, ਅੱਜ ਤੋਂ 4 ਸਾਲ ਬਾਅਦ ਇਹਦਾ ਅੰਤ ਸਮਾਂ ਆ ਜਾਣਾ ਹੈ। ਸਾਨੂੰ ਕੁਝ ਪਤਾ ਨਹੀਂ ਸਾਡਾ ਅੰਤ ਸਮਾਂ ਕਦੋਂ ਹੈ। ਇਸ ਕਰਕੇ ਅੰਤ ਸਮਾਂ ਹਰ ਵੇਲੇ ਹੈ। ਮਤ ਜਾਪੇ ਸਾ ਆਵੇ ਕਿ ਨਾ ਆਵੇ ਰਾਮ, ਮਤਾ ਜਾਣ ਲੈਣਾ ਕਿ ਅਗਲਾ ਸਵਾਸ ਸਾਨੂੰ ਆਵੇਗਾ ਕਿ ਨਹੀਂ ਆਵੇਗਾ, ਕੁਝ ਪਤਾ ਨਹੀਂ ਹੈ ਸਾਨੂੰ। ਇਸ ਕਰਕੇ ਸਾਡਾ ਅੰਤ ਵੇਲਾ ਹਰ ਵਕਤ ਹਰ ਸਮੇਂ ਹੈ। ਜਦੋਂ ਅਸੀਂ ਸਵਾਸ ਲੈਂਦੇ ਹਾਂ, ਪਤਾ ਨਹੀਂ ਹੁਣ ਇੱਕ ਸਵਾਸ ਲਿਆ ਦੂਜੇ ਦੀ ਵਾਰੀ ਆਉਣੀ ਹੈ ਕਿ ਨਹੀਂ। ਇਸ ਕਰਕੇ ਹਰ ਵੇਲੇ ਪ੍ਰਮਾਤਮਾ ਨੂੰ ਸਿਮਰ, ਹਰ ਵੇਲੇ ਅੰਤ ਸਮਾਂ ਜਾਣ ਕੇ ਰੱਬ ਦਾ ਸਿਮਰਨ ਕਰ, ਪ੍ਰਮਾਤਮਾ ਜੀ ਦਾ ਨਾਮ ਜਪ। ਅਣ ਦਿਨ ਸਿਮਰੋ ਤਾਸ ਕੋ ਜੋ ਅੰਤ ਸਹਾਈ ਹੋਏ, ਜਿਹੜਾ ਅੰਤ ਵੇਲੇ ਸਹਾਇਕ ਬਣਦਾ ਹੈ। ਇਹ ਵਿਖਿਆ ਦਿਨ 4-6, ਵਿਖਿਆ ਦਾ ਅਰਥ ਹੁੰਦਾ ਹੈ ਜ਼ਹਿਰ। ਕਹਿੰਦੇ ਨੇ ਜਿਹੜਾ ਤੂੰ ਧਨ ਜੋੜਦਾ ਹੈ ਨਾ, ਜਾਂ ਤੂੰ ਇਸ ਸੰਸਾਰ ਦੇ ਵਾਸਤੇ ਕਿੰਨਾ ਕੁਝ ਕਰਦਾ ਹੈ, ਇਹ ਸਭ ਕੁਝ ਜਿਹੜਾ ਵੀ ਬੰਦਾ ਲਾਲਚ ਕਰਦਾ ਹੈ, ਉਹ ਲਾਲਚ ਕਰ ਕਰਕੇ ਕੀ ਇਕੱਠੀ ਕਰਦਾ ਹੈ? ਜ਼ਹਿਰ ਹੀ ਇਕੱਠੀ ਕਰ ਰਿਹਾ ਹੈ ਨਾ। ਜੇ ਬੰਦਾ ਲਾਲਚ ਕਰਕੇ ਆਪਣੇ ਘਰ ਨੂੰ ਭਰ ਰਿਹਾ ਹੈ ਤੇ ਉਹ ਉਹਦੇ ਵਾਸਤੇ ਉਹ ਲਾਲਚੀ ਬਿਰਤੀ ਦੇ ਕਰਕੇ ਇਕੱਠੀ ਕਰਨ ਵਾਲਾ ਜ਼ਹਿਰ ਹੈ। ਮਹਾਰਾਜ ਕਹਿੰਦੇ ਨੇ ਵੇਖੋ ਸੰਸਾਰ ਦੇ ਵਿੱਚ ਕਿੰਨੇ ਇਹੋ ਜਿਹੇ ਲੋਕ ਨੇ ਜਿਹੜੇ ਇੱਕ ਦੂਜੇ ਨੂੰ ਮਾਰ ਕੇ ਆਪਣਾ ਘਰ ਭਰਦੇ ਹਨ, ਇੱਕ ਦੂਜੇ ਨੂੰ ਖਤਮ ਕਰਕੇ ਆਪਣਾ ਘਰ ਭਰ ਰਹੇ ਹਨ। ਤੇ ਮਹਾਰਾਜ ਨੇ
ਉਹਨਾਂ ਦੀ ਉਦਾਹਰਨ ਵੀ ਦਿੱਤੀ। ਜਪਜੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਆਪਾਂ ਪੜ੍ਹਦੇ ਹਾਂ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਏ। ਅਸੰਖ ਦਾ ਅਰਥ ਹੁੰਦਾ ਹੈ ਜਿਹਦੀ ਗਿਣਤੀ ਨਾ ਹੋ ਸਕੇ। ਜਦੋਂ ਆਪਾਂ ਗਿਣਤੀ ਕਰਦੇ ਹਾਂ ਨਾ, ਉਹਦੇ ਵਿੱਚ ਸੰਖ, ਮਹਾਂਸੰਖ, ਅਰਬ, ਖਰਬ ਇਹ ਜਦੋਂ ਆਉਂਦੇ ਤੇ ਇਹ ਸੰਖ ਤੇ ਅਸੰਖ ਆਉਂਦੇ ਨੇ। ਸੰਖ ਦਾ ਅਰਥ ਹੁੰਦਾ ਹੈ ਗਿਣਤੀਵਾਚਕ ਸ਼ਬਦ ਹੈ, ਗਿਣਤੀ। ਅਸੰਖ ਹੁੰਦਾ ਜਿਹਦੀ ਕੋਈ ਗਿਣਤੀ ਨਾ ਕੀਤੀ ਜਾ ਸਕੇ। ਇਸ ਸੰਸਾਰ ਦੇ ਵਿੱਚ ਕਹਿੰਦੇ ਨੇ ਅਸੰਖ ਗਲ ਵੱਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਏ, ਅਸੰਖ ਕੂੜਿਆਰ ਕੂੜੇ ਫਿਰਾਏ। ਅਨੇਕਾਂ ਹੀ ਮਨੁੱਖ ਨੇ ਜਿਹੜੇ ਝੂਠ ਦੀ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਝੂਠੇ ਠਹਿਰਾ ਕੇ ਤੇ ਇਸ ਸੰਸਾਰ ਦੇ ਵਿੱਚ ਫਿਰ ਰਹੇ ਨੇ। ਅਸੰਖ ਕੂੜਿਆਰ ਕੂੜੇ ਫਿਰਾਏ, ਅਸੰਖ ਮਲੇਸ਼ ਮਲ ਭਾਖਾਂ, ਅਸੰਖ ਨਿੰਦਕ ਸਿਰ ਕਰੇ ਭਾਰ। ਅਸੰਖਾਂ ਹੀ ਲੋਕ ਨੇ ਜਿਹੜੇ ਇੱਕ ਦੂਜੇ ਦੀ ਨਿੰਦਿਆ ਕਰ ਕਰਕੇ ਆਪਣੇ ਸਿਰ ਤੇ ਭਾਰ ਚੁੱਕੀ ਫਿਰਦੇ ਨੇ। ਅਸੰਖ ਨਿੰਦਕ ਸਿਰ ਕਰੇ ਭਾਰ। ਪਰ ਸਤਿਗੁਰੂ ਜੀ ਕਹਿੰਦੇ ਨੇ ਉਸ ਪਰਮਾਤਮਾ ਜੀ ਦਾ ਸਿਮਰਨ ਕਰ ਜਿਹਦੇ ਸਿਮਰਨ ਦੇ ਨਾਲ ਨਾ ਤਾਂ ਬੰਦਾ ਨਿੰਦਿਆ ਕਰਦਾ ਹੈ, ਤੇ ਜੇ ਉਹਦੀ ਕੋਈ ਨਿੰਦਿਆ ਕਰਦਾ ਹੈ ਤੇ ਉਹ ਨਿੰਦਿਆ ਦੇ ਕਰਕੇ ਰੱਬ ਨੂੰ ਛੱਡਦਾ ਨਹੀਂ ਹੈ, ਪਰਮਾਤਮਾ ਨੂੰ ਛੱਡ ਨਹੀਂ ਦਿੰਦਾ। ਕਿ ਜੇ ਪਰਮਾਤਮਾ ਦੇ ਘਰ ਦੇ ਵਿੱਚ ਮੇਰੀ ਨਿੰਦਿਆ ਹੋ ਰਹੀ ਹੈ ਤੇ ਇਸ ਕਰਕੇ ਮੈਂ ਪਰਮਾਤਮਾ ਨੂੰ ਸਿਮਰਨਾ ਹੀ ਨਹੀਂ ਹੈ, ਰੱਬ ਦਾ ਸਿਮਰਨ ਨਹੀਂ ਕਰਨਾ। ਗੁਰਬਾਣੀ ਤਾਂ ਇੱਥੋਂ ਤੱਕ ਕਹਿ ਦਿੰਦੀ ਹੈ ਕਿ ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਹਰੀ ਦਾ ਸੇਵਕ ਰਾਮ ਦੇ ਗੁਣ ਗਾਉਂਦਾ ਹੈ, ਰੱਬ ਦਾ ਸਿਮਰਨ ਕਰਦਾ ਹੈ, ਪਰ ਜੇ ਕੋਈ ਉਸ ਸੇਵਕ ਦੀ ਨਿੰਦਿਆ ਕਰਦਾ ਹੈ ਨਾ, ਤੇ ਕੀ ਉਹ ਆਪਣੇ ਗੁਣ ਨੂੰ ਛੱਡ ਦਿੰਦਾ ਹੈ? ਪਰਮਾਤਮਾ ਦੀ ਬੰਦਗੀ ਛੱਡ ਦਿੰਦਾ ਹੈ? ਨਹੀਂ ਛੱਡਦਾ। ਆਪਣਾ ਗੁਣ ਨਾ ਗਵਾਵੇ, ਉਹ ਆਪਣੇ ਗੁਣਾਂ ਨੂੰ ਗਵਾਉਂਦਾ ਨਹੀਂ ਹੈ, ਆਪਣੇ ਗੁਣਾਂ ਨੂੰ ਛੱਡਦਾ ਨਹੀਂ ਹੈ। ਕਿੰਨੇ ਯਤਨ ਹੋਏ ਸਿੱਖ ਇਤਿਹਾਸ ਦੇ ਵਿੱਚ, ਆਪਾਂ ਇਤਿਹਾਸ ਪੜ੍ਹਦੇ ਹਾਂ, ਜਦੋਂ ਵੀ ਕਿਧਰੇ ਵੇਖ ਲਓ ਨਾ, ਜੇ ਕਿਤੇ ਸਾਹਿਬਜ਼ਾਦਿਆਂ ਨੂੰ ਮਨਾਇਆ ਜਾਂਦਾ, ਇੱਕ ਹੀ ਗੱਲ ਆਖੀ ਜਾਂਦੀ ਹੈ, ਧਰਮ ਤਬਦੀਲ ਕਰ ਲਓ ਜਾਨ ਬਖਸ਼ ਦਿੱਤੀ ਜਾਵੇਗੀ। ਧਰਮ ਤਬਦੀਲ ਕਰੋ ਜਾਨ ਬਖਸ਼ ਦਿੱਤੀ ਜਾਵੇਗੀ। ਭਾਈ ਮਣੀ ਸਿੰਘ ਜੀ ਦਾ ਬੰਦ ਕੱਟਿਆ, ਇੱਕੋ ਹੀ ਗੱਲ ਦੁਹਰਾਈ ਗਈ, ਧਰਮ ਤਬਦੀਲ ਕਰ ਲਓ ਜਾਨ ਬਖਸ਼ ਦਿੱਤੀ ਜਾਵੇਗੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਉਹਨਾਂ ਦੇ ਜਿਹੜੇ ਪਿਆਰੇ ਗੁਰਸਿੱਖ ਆਏ, ਭਾਈ ਮਤੀ ਦਾਸ ਜੀ, ਸਤੀ ਦਾਸ ਜੀ, ਜਿਆਲਾ ਜੀ, ਇੱਕੋ ਹੀ ਗੱਲ ਦੁਹਰਾਈ ਗਈ, ਧਰਮ ਤਬਦੀਲ ਕਰ ਲਓ ਜਾਨ ਬਖਸ਼ ਦਿੱਤੀ ਜਾਵੇਗੀ। ਇੱਥੋਂ ਤੱਕ ਜਿਹੜਾ ਗੁਰਬਾਣੀ ਦੇ ਵਿੱਚ ਆਪਾਂ ਸ਼ਬਦ ਪੜ੍ਹਦੇ ਹਾਂ, ਨਾਮਦੇਵ ਜੀ ਨੂੰ ਕੀ ਆਖਿਆ ਗਿਆ ਸੀ? ਇਹੋ ਗੱਲ ਆਖੀ ਗਈ ਨਾ, ਰਾਮ ਰਾਮ ਕਹਿਣਾ ਛੱਡ ਦੇ, ਖੁਦਾ ਖੁਦਾ ਕਹਿਣ ਲੱਗ ਜਾ, ਅਸੀਂ ਤੇਰੀ ਜਾਨ ਬਖਸ਼ ਦੇਵਾਂਗੇ। ਉਹ ਕਹਿੰਦੇ ਬੇਸ਼ੱਕ ਰਾਮ ਤੇ ਖੁਦਾ ਇੱਕ ਹੀ ਹੈ, ਖੁਦਾ ਦੇ ਨਾਲ, ਅੱਲਾਹ ਦੇ ਨਾਲ ਨਾਮਦੇਵ ਦਾ ਕੋਈ ਵੈਰ ਨਹੀਂ ਹੈ। ਜੇ ਉਹਨਾਂ ਨੇ ਰਾਮ ਰਾਮ ਦਾ ਸ਼ਬਦ ਉਚਾਰਨ ਕੀਤਾ ਨਾ, ਤਾਂ ਉਥੇ ਇਹ ਵੀ ਗੱਲ ਆਖੀ ਹੈ, ਅੱਲਾਹ ਦੇ ਨਾਲ ਵੀ ਸ਼ਬਦ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਜੇ ਨਾਮਦੇਵ ਜੀ ਵਰਗਿਆਂ ਨੇ ਗਾ ਦਿੱਤੇ। ਤੇ ਉਥੇ ਉਹਨਾਂ ਨੇ ਇਹ ਵੀ ਆਖਿਆ ਕਿ ਪ੍ਰਮਾਤਮਾ ਐ ਅੱਲਾਹ, ਤੇਰੇ ਤੋਂ ਬਿਨਾ ਮੇਰਾ ਕੋਈ ਹੈ ਨਹੀਂ, ਕਰੀਮਾ ਰਹੀਮਾ ਅੱਲਾਹ ਤੂੰ ਗਣੀ। ਉਹਨੂੰ ਰੱਬ ਨੂੰ ਅੱਲਾਹ ਵੀ ਕਹਿ ਦਿੱਤਾ। ਅੱਲਾਹ ਦੇ ਨਾਲ, ਰਾਮ ਦੇ ਨਾਲ ਕੋਈ ਵੈਰ ਨਹੀਂ ਹੈ, ਪਰ ਜੇ ਕੋਈ ਜ਼ਬਰਦਸਤੀ ਕਿਸੇ ਮਨੁੱਖ ਨੂੰ ਇਹ ਆਖਿਆ ਜਾਵੇ ਕਿ ਤੂੰ ਰਾਮ ਰਾਮ ਕਹਿਣ ਲੱਗ ਜਾ ਜਾਂ ਅੱਲਾਹ ਅੱਲਾਹ ਕਹਿਣ ਲੱਗ ਜਾ, ਇਹ ਨਹੀਂ। ਜਿਹੜਾ ਤਾਂ ਰੱਬ ਨਾਲ ਪ੍ਰੀਤ ਜੋੜ ਲੈਂਦਾ ਹੈ, ਉਹ ਭਾਵੇਂ ਅੱਲਾਹ ਕਵੇ ਭਾਵੇਂ ਰਾਮ ਕਵੇ, ਉਸ ਦੀ ਮਰਜ਼ੀ ਹੈ। ਪਰ ਜੇ ਕੋਈ ਉਹਦੇ ਮੂੰਹੋਂ ਕੋਈ ਆਪ ਆਖੇ ਕਿ ਮੇਰੇ ਕਹੇ ਹੋਏ ਰਾਮ ਨੂੰ ਆਖ, ਮੇਰੇ ਕਹੇ ਹੋਏ ਅੱਲਾਹ ਨੂੰ ਆਖ, ਫਿਰ ਉਹ ਨਹੀਂ ਮੰਨਦੇ, ਫਿਰ ਉਹ ਨਹੀਂ ਕਬੂਲ ਕਰਦੇ ਹਨ। ਤੇ ਜਦੋਂ ਸਾਹਿਬਜ਼ਾਦਿਆਂ ਨੂੰ, ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਿਆ ਗਿਆ ਸੀ ਨਾ, ਤੇ ਉਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਨੰਦੇੜ ਦੀ ਧਰਤੀ ਤੇ ਪਹੁੰਚੇ, ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ 5 ਸਿੱਖ ਤੇ 5 ਤੀਰ ਦੇ ਕੇ ਤੇ ਇਧਰ ਸਰਹੰਦ ਵੱਲ ਭੇਜਿਆ ਸੀ। ਤੇ ਉਦੋਂ ਧੰਨ ਧੰਨ ਸਾਹਿਬ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਨੂੰ ਉਸ ਜੰਗ ਤੋਂ ਬਾਅਦ ਇੱਕ ਖਿਤਾਬ ਦਿੱਤਾ ਗਿਆ ਸੀ, ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਰਲ ਕੇ ਮਿਲ ਕੇ ਤੇ ਸਰਹੰਦ ਫਤਿਹ ਕੀਤੀ ਸੀ। ਉਸ ਸਮੇਂ ਬਾਬਾ ਦੀਪ ਸਿੰਘ ਜੀ ਨੂੰ ਇੱਕ ਖਿਤਾਬ ਦਿੱਤਾ ਗਿਆ ਸੀ, ਜਿਉਂਦਾ ਸ਼ਹੀਦ, ਜਿੰਦਾ ਸ਼ਹੀਦ, ਭਾਵ ਕਿ ਇੰਨੀ ਬਹਾਦਰੀ ਦੇ ਨਾਲ ਲੜਨਾ ਤੇ ਲੜ ਕੇ ਉਹਨਾਂ ਹਥਿਆਰਾਂ ਦੇ ਵਿੱਚੋਂ ਬਚ ਕੇ ਨਿਕਲ ਆਉਣਾ, ਵੈਰੀਆਂ ਦੇ ਵਿੱਚੋਂ ਬਚ ਕੇ ਨਿਕਲ ਆਉਣਾ, ਤੋਪਾਂ ਤੋਂ ਬਚ ਕੇ ਨਿਕਲ ਆਉਣਾ, ਬਹਾਦਰੀ ਦੇ ਨਾਲ ਲੜਨਾ,
ਕਿਉਂਕਿ ਉਸ ਬਹਾਦਰੀ ਦੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਇੱਕ ਦੰਦ ਵੀ ਟੁੱਟ ਜਾਂਦਾ ਹੈ ਕਿ ਇੰਨੇ ਜ਼ਬਰਦਸਤ ਵਾਰਾਂ ਦੇ ਵਿੱਚੋਂ ਬਚ ਕੇ ਨਿਕਲ ਕੇ ਆਉਣਾ, ਉਹਨੂੰ ਕਹਿ ਦਿੱਤਾ ਜਾਂਦਾ ਜਿੰਦਾ ਸ਼ਹੀਦ। ਇਹ ਖਿਤਾਬ ਬਾਬਾ ਦੀਪ ਸਿੰਘ ਜੀ ਨੂੰ ਦਿੱਤਾ ਗਿਆ ਸੀ, ਜਿੰਦਾ ਸ਼ਹੀਦ। ਉਸ ਜੰਗ ਦੇ ਵਿੱਚ ਬਾਬਾ ਦੀਪ ਸਿੰਘ ਜੀ ਵੀ ਸ਼ਾਮਲ ਸਨ ਜਦੋਂ ਸਰਹੰਦ ਫਤਿਹ ਕੀਤਾ ਗਿਆ ਸੀ। ਇਸ ਕਰਕੇ ਮਹਾਰਾਜ ਨੇ ਸਾਨੂੰ ਬਾਰ-ਬਾਰ ਸਮਝਾਇਆ ਹੈ ਕਿ ਜਿਹੜੀ ਵਿਖਿਆ ਹੈ ਨਾ, ਇਹ ਨਾਲ ਨਹੀਂ ਨਿਭਦੀ, ਪਰ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਹ ਸਾਡੇ ਨਾਲ ਨਿਭਦਾ ਹੈ। ਫਿਰ ਕਿਵੇਂ ਅਸੀਂ ਮੰਨ ਲੈਂਦੇ ਹਾਂ ਕਿ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਜਾਂ ਹੋਰ ਗੁਰੂ ਸਾਹਿਬਾਨ, ਇਹ ਕਿਵੇਂ ਹੋ ਸਕਦਾ ਹੈ ਕਿ ਪ੍ਰਮਾਤਮਾ ਦੇ ਨਾਮ ਵਾਸਤੇ ਆਪਣੇ ਬੱਚੇ ਵੀ ਕੁਰਬਾਨ ਕਰ ਦਿੱਤੇ ਹੋਣ, ਪ੍ਰਮਾਤਮਾ ਦੇ ਨਾਮ ਵਾਸਤੇ ਆਪਣੇ ਆਪ ਦੀ ਕੁਰਬਾਨੀ ਦੇ ਦਿੱਤੀ ਹੋਵੇ। ਅਸਲ ਦੇ ਵਿੱਚ ਜਿਨ੍ਹਾਂ ਨੂੰ ਇਹ ਪ੍ਰਮਾਤਮਾ ਦਾ ਨਾਮ ਮਿੱਠਾ ਲੱਗ ਜਾਂਦਾ ਹੈ, ਜਿਨ੍ਹਾਂ ਨੂੰ ਮਿਲ ਜਾਂਦਾ ਹੈ, ਫਿਰ ਉਹ ਛੱਡ ਕੇ ਰਾਜੀ ਨਹੀਂ ਹੁੰਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਵਿਛੋੜਾ ਅਜਿਹਾ ਹੈ ਕਿ ਜਿਹਦੀ ਚੀਜ਼, ਜਿਹੜੀ ਦਰਦ ਅਸੀਂ ਸਾਡੇ ਸਰੀਰ ਨਾਲੋਂ, ਸਰੀਰ ਖਤਮ ਨਾਲੋਂ ਵੀ ਜ਼ਿਆਦਾ ਭਿਆਨਕ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਇਹ ਜਿਹੜੀ ਵਿਖਿਆ ਤੂੰ ਸੰਸਾਰ ਦੇ ਵਿੱਚ ਖੱਟ ਰਿਹਾ, ਇਹ ਤਾਂ ਦਿਨ 4 ਜਾਂ 6 ਦਿਨ ਚੱਲ ਸਕਦੀ ਹੈ, ਕੁਝ ਕੁ ਦਿਨ ਚੱਲ ਸਕਦੀ ਹੈ। ਵੈਸੇ ਤਾਂ ਆਪਾਂ ਕਹਿ ਦਿੰਦੇ ਵੀ ਜ਼ਿੰਦਗੀ 4 ਦਿਨਾਂ ਦੀ ਹੈ, ਮਹਾਰਾਜ ਨੇ 2 ਦਿਨ ਫਿਰ ਵੀ ਸਾਨੂੰ ਐਕਸਟਰਾ ਬਖਸ਼ ਦਿੱਤੇ ਨੇ ਵੀ 4 ਜਾਂ 6। ਆਪਾਂ ਇਹ ਗੱਲ ਬੜੀ ਭਾਂਤ ਨਾਲ ਕਹਿੰਦੇ ਆ ਵੀ ਜ਼ਿੰਦਗੀ 4 ਦਿਨਾਂ ਦਾ ਮੇਲਾ ਹੈ, ਪਰ ਸਤਿਗੁਰੂ ਨੇ ਸਾਨੂੰ ਫਿਰ ਵੀ 6 ਦਿਨ ਦੇ ਦਿੱਤੇ ਨੇ ਵੀ ਜੇ 4 ਦਿਨ ਜਾਂ 6 ਦਿਨ, ਕੁਝ ਦਿਨ ਰੁਕ ਸਕਦੀ ਹੈ, ਪਰ ਇਹ ਉਸ ਤੋਂ ਅੱਗੇ ਕੁਝ ਨਹੀਂ ਹੈ, ਇਹ ਜ਼ਹਿਰ ਹੈ। ਇਸ ਤੋਂ ਅੱਗੇ ਮੌਤ ਹੈ। ਅੰਤ ਛੱਡ ਚੱਲਿਓ ਸਭ ਕੋਏ, ਸਾਰਾ ਸੰਸਾਰ ਦਾ ਜੀਵ ਜਿਹੜਾ ਵੀ ਇਸ ਧਰਤੀ ਤੇ ਆਇਆ, ਜਿਨੇ ਜ਼ਹਿਰ ਕਮਾਈ, ਲੁੱਟਾਂ ਖੋਹਾਂ ਕੀਤੀਆਂ, ਪਰ ਅੰਤ ਸਮੇਂ ਛੱਡ ਕੇ ਚਲਾ ਗਿਆ। ਕਾਕੋ ਮਾਤ ਪਿਤਾ ਸੁਤ ਧੀਆਂ, ਕਹਿੰਦੇ ਨੇ ਭਾਵੇਂ ਉਹ ਮਾਤਾ ਪਿਤਾ ਪੁੱਤਰ ਧੀਆਂ, ਤੇ ਕਹਿੰਦੇ ਨੇ ਗ੍ਰਹਿ ਬਣਤਾ ਕੱਚ ਸੰਗ ਨਾ ਲਿਆ, ਕਿਸੇ ਨੇ ਆਪਣਾ ਘਰ ਨਾਲ ਖੜਿਆ ਮਰ ਲੱਗਿਆ ਨੇ, ਕਿਸੇ ਨੇ ਆਪਣੇ ਪਰਿਵਾਰ ਦਾ ਕੋਈ ਜੀ ਨਾਲ ਖੜਿਆ ਮਰ ਲੱਗੇ ਨੇ। ਨਹੀਂ, ਉਹ ਗੱਲ ਵੱਖਰੀ ਹੈ ਕਿ ਬੰਦੇ ਉਸ ਚਲੇ ਚੁੱਕੀ ਜਾਣ ਦੇ ਪਿੱਛੇ ਆਪਣੇ ਆਪ ਨੂੰ ਪਿੱਟ ਕੇ ਰੋ ਕੇ ਗਵਾ ਦੇਣ, ਪਰ ਉਹ ਬੰਦਾ ਕਦੇ ਨਹੀਂ ਆਖਦਾ ਕਿ ਆਓ ਭਾਈ ਮੈਂ ਚੱਲਿਆ ਜੇ ਤੁਸੀਂ ਵੀ ਮੇਰੇ ਨਾਲ ਹੀ ਚੱਲੋ, ਉਹ ਨਹੀਂ ਕਹਿੰਦਾ। ਪਰ ਉਹਦੇ ਪਿੱਛੇ ਰੋ ਕੇ ਕੋਈ ਮਰਨ ਵਾਲਿਆਂ ਦੀ ਗਿਣਤੀ ਨਹੀਂ ਕਰ ਸਕਦਾ ਕਿ ਅਨੇਕਾਂ ਹੀ ਹੋਣਗੇ ਕਿ ਜਿਹੜੇ ਮਰ ਗਏ ਨੇ, ਸਤੀਆਂ ਅਨੇਕਾਂ ਹੋਈਆਂ ਨੇ, ਪਰ ਕਦੀ ਕਿਸੇ ਨੇ ਇਹ ਨਹੀਂ ਆਖਿਆ ਆ ਮੈਂ ਤੇਰੀ ਬਾਂਹ ਫੜ ਕੇ ਮੈਂ ਤੈਨੂੰ ਲੈ ਚੱਲਦਾ ਹੈ। ਕੋਈ ਵੀ ਸੰਗ ਨਹੀਂ ਨਿਭਦਾ, ਇਹ ਇੱਥੇ ਰਹਿ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਐਸੀ ਸੰਚ ਜੋ ਬਿਨਸਤ ਨਾਹੀਂ, ਇਹ ਜਿਹਾ ਧਨ ਸੰਚ ਜਿਹੜਾ ਕਦੇ ਬਿਨਸੇਗਾ ਨਹੀਂ, ਖਤਮ ਨਹੀਂ ਹੋਏਗਾ। ਇਹੋ ਜੀ ਵਸਤੂ ਸੰਚ, ਤੇ ਗੁਰਬਾਣੀ ਦੇ ਵਿੱਚ ਉਸ ਧਨ ਨੂੰ ਅਖੁੱਟ ਵੀ ਆਖਿਆ ਗਿਆ, ਇਹ ਧਨ ਅਖੁੱਟ ਨਾ ਨਿਖੁੱਟੇ ਨਾ ਜਾਏ, ਪੂਰੇ ਸਤਿਗੁਰ ਦਿਆ ਦਿਖਾਏ। ਪੂਰੇ ਸਤਿਗੁਰੂ ਨੇ ਉਹ ਧਨ ਸਾਨੂੰ ਦਿਖਾ ਦਿੱਤਾ ਜਿਹੜਾ ਕਦੇ ਖਤਮ ਨਹੀਂ ਹੁੰਦਾ, ਜਿਹੜਾ ਕਦੇ ਮੁੱਕਦਾ ਨਹੀਂ ਹੈ। ਤੇ ਮਹਾਰਾਜ ਕਹਿੰਦੇ ਨੇ ਪਤ ਸੇਤੀ ਆਪਣੇ ਘਰ ਜਾਹੀ, ਆਪਣੀ ਇੱਜ਼ਤ ਲੈ ਕੇ ਨਾ ਤੂੰ ਆਪਣੇ ਘਰ ਦੇ ਵਿੱਚ ਜਿੱਥੋਂ ਇਹ ਪਰਮਾਤਮਾ ਜੀ ਦੀ ਜੋਤ ਨਿਕਲ ਕੇ ਆਈ ਉੱਥੇ ਚਲਾ ਜਾਵੇਂਗਾ, ਉੱਥੇ ਚਲਾ ਜਾਏਗਾ। ਪਰ ਇੱਕ ਜਿਹੜੀ ਸਾਡੀ ਸੰਸਾਰ ਦੀ ਬਿਰਤੀ ਹੈ ਕਿ ਉਹ ਜੇ ਉਦਾਹਰਨ ਪੱਕਿਆਂ ਦੀ ਦਿੰਦਾ ਤੇ ਕੱਚੀ ਚੀਜ਼ ਉਹ ਪਹਿਲਾਂ ਬਣਾ ਲੈਂਦਾ ਹੈ। ਮਨੁੱਖ ਨੂੰ ਆਖਿਆ ਜਾਵੇ ਤੇ ਅੱਗੇ ਤੈਨੂੰ ਦਰਗਾਹ ਦੇ ਵਿੱਚ ਲੇਖਾ ਦੇਣਾ ਪਏਗਾ, ਤੇ ਬੰਦਿਆਂ ਨੇ ਅੱਜ ਕੀ ਕੀਤਾ, ਅੱਜ ਵੀਡੀਓ ਬਣਾ ਲਈਆਂ ਪੀਰੇ ਰੱਬ ਨੇ ਅੱਗੇ ਜਾ ਕੇ ਲੇਖਾ ਦੇਣਾ ਹੈ। ਜਦੋਂ ਲੇਖਾ ਮੰਗਿਆ ਜਾਏਗਾ ਉਦੋਂ ਦੇਖੀ ਜਾਏਗੀ, ਜਦੋਂ ਲੇਖਾ ਮੰਗਿਆ ਜਾਏਗਾ ਉਦੋਂ ਦੇਖਿਆ ਜਾਏਗਾ। ਪਰ ਇਸ ਸੰਸਾਰ ਦੇ ਵਿੱਚ ਅਸੀਂ ਆਏ ਹਾਂ, ਫਿਰ ਉਦਾਹਰਨਾਂ ਦਿੰਦੇ ਜੀ ਫਲਾਣਾ ਕਿਹੜਾ ਨਾਮ ਜਪਦਾ ਹੈ ਉਹ ਵੀ ਤਾਂ ਸੁਖੀ ਵਸ ਰਿਹਾ ਹੈ, ਫਲਾਣਾ ਕਿਹੜਾ ਨਾਮ ਜਪਦਾ ਹੈ ਉਹ ਵੀ ਤਾਂ ਸੁਖੀ ਵਸ ਰਿਹਾ ਹੈ। ਬੇਸ਼ੱਕ ਮਹਾਰਾਜ ਨੇ ਸਾਨੂੰ ਕਿਹਾ ਵੀ ਉਹਦੀ 4 ਜਾਂ 6 ਦਿਨ ਦੀ ਕੁਝ ਹੋ ਸਕਦੀ ਹੈ ਕਿ ਉਹ ਨਜ਼ਾਰੇ ਲੁੱਟ ਲਵੇ, ਪਰ ਅੰਤ ਸਮੇਂ ਤੱਕ ਕੁਝ ਨਹੀਂ ਨਾ ਨਾਲ ਜਾ ਰਿਹਾ। ਫਿਰ ਜ਼ਿੰਦਗੀ ਕਿੰਨੀ ਦੁੱਭਰ ਹੋ ਜਾਂਦੀ, ਭਿਆਨਕ ਜ਼ਿੰਦਗੀ ਹੋ ਜਾਂਦੀ ਹੈ। ਪਰਮਾਤਮਾ ਜੀ ਦੇ ਸਿਮਰਨ ਤੋਂ ਬਿਨਾਂ ਜਿਵੇਂ ਸੱਪ ਦੀ ਆਰਜੂ ਹੈ, ਗੁਰਬਾਣੀ ਨੇ ਉਦਾਹਰਣ ਦਿੱਤੀ ਹੈ। ਕਿਉਂਕਿ ਅਸੀਂ ਬਾਣੀ ਨੂੰ ਜਦੋਂ ਪੜ੍ਹਦੇ ਹਾਂ, ਇਹ ਗੱਲ ਸਾਨੂੰ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ, ਧੁਰ ਕੀ ਬਾਣੀ ਹੈ ਇਹ, ਤੇ ਬਾਣੀ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਇਹ ਸੱਚੀ ਬਾਣੀ ਹੈ ਜਿਹਦੇ ਵਿੱਚ ਜੋ ਲਿਖਿਆ ਸ਼ਬਦ ਹੈ ਉਹ ਬਿਲਕੁਲ ਅਟੱਲ ਹੈ, ਜੋ ਸੱਚ ਲਿਖਿਆ ਹੈ ਉਹ ਬਿਲਕੁਲ ਅਟੱਲ ਹੈ। ਜੇ ਅਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਮੰਨਦੇ ਹਾਂ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਲਿਖੀ ਹੋਈ ਬਾਣੀ ਦੀਆਂ ਜਿਹੜੀਆਂ ਪੰਕਤੀਆਂ ਨੇ ਉਹ ਕਿੰਨੀਆਂ ਅਟੱਲ ਹੋਣਗੀਆਂ, ਕਿੰਨੀਆਂ ਸੱਚਾਈ ਵਾਲੀਆਂ ਹੋਣਗੀਆਂ। ਕਿਉਂਕਿ ਜਿਹੜੇ ਸੰਸਾਰ ਦੇ ਵਿੱਚ ਇੰਨਾ ਵੱਡਾ ਸੰਸਾਰ ਜਿਨ੍ਹਾਂ ਨੇ ਤਾਰਿਆ ਬਚਾਇਆ,
ਤੇ ਉਹ ਝੂਠ ਥੋੜੀ ਲਿਖ ਕੇ ਜਾਣਗੇ ਸਾਡੇ ਵਾਸਤੇ। ਇਸ ਕਰਕੇ ਬਾਣੀ ਅਟਲ ਹੈ, ਜੋ ਬਾਣੀ ਦਾ ਸ਼ਬਦ ਹੈ ਉਹ ਅਖੰਡ ਹੈ ਤੇ ਹਮੇਸ਼ਾ ਹੀ ਅਖੰਡ ਰਹਿਣਗੇ। ਪਰ ਉਹ ਬੋਲ ਸੱਚੇ ਨੇ। ਧੁਰ ਕੀ ਬਾਣੀ ਪ੍ਰਮਾਤਮਾ ਜੀ ਦੀ ਇਹ ਆਵਾਜ਼ ਹੈ, ਪ੍ਰਮਾਤਮਾ ਜੀ ਦੀ ਇਹ ਬਾਣੀ ਹੈ। ਤੇ ਮਹਾਰਾਜ ਕਹਿੰਦੇ ਨੇ ਪਤ ਸੇਤੀ ਆਪਣੇ ਘਰ ਜਾਹੀ, ਆਪਣੀ ਇੱਜ਼ਤ ਲੈ ਕੇ ਪ੍ਰਮਾਤਮਾ ਦੇ ਘਰ ਦੇ ਵਿੱਚ ਪਹੁੰਚ ਜਾਵੇਂਗਾ। ਤੇ ਸਤਿਗੁਰੂ ਜੀ ਪੌੜੀ ਦੀਆਂ ਅਖੀਰਲੀਆਂ ਪੰਕਤੀਆਂ 'ਚ ਕਹਿੰਦੇ ਨੇ ਸਾਧ ਸੰਗ ਕਲ ਕੀਰਤਨ ਗਾਇਆ। ਜਿਸ ਮਨੁੱਖ ਨੇ ਸਾਧ ਸੰਗਤ ਦੇ ਵਿੱਚ ਬੈਠ ਕੇ ਇਸ ਕਲਯੁਗ ਦੇ ਵਿੱਚ ਪ੍ਰਮਾਤਮਾ ਜੀ ਦੀ ਸਿਫਤ ਸਲਾਹ ਕੀਤੀ, ਨਾਨਕ ਤੇ ਬੌਹਰ ਨਾ ਆਇਆ, ਉਹ ਮਨੁੱਖ ਦੁਬਾਰਾ ਫਿਰ ਜੂਨੀਆਂ ਦੇ ਵਿੱਚ ਨਹੀਂ ਆਉਂਦਾ, ਦੁਬਾਰਾ ਫਿਰ ਜੂਨਾਂ ਦੇ ਵਿੱਚ ਨਹੀਂ ਆਉਂਦਾ। ਗੁਰੂ ਮਹਾਰਾਜ ਸਾਨੂੰ ਸਾਰਿਆਂ ਦੇ ਦੇਹ ਰੋਗਤਾ ਦੀਆਂ ਦਾਤਾਂ, ਨਾਮ ਦੀਆਂ ਦਾਤਾਂ ਬਖਸ਼ਣ, ਚੜ੍ਹਦੀ ਕਲਾ ਦਾ ਜੀਵਨ ਬਖਸ਼ਿਸ਼ ਕਰਨ ਜੀ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਖਿਮਾ ਕਰਨੀਆਂ, ਪਿਆਰ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਰਾਮਕਲੀ ਮਹਿਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ